ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ, ਸੀਨੀਅਰ ਜਰਨਲਿਸਟ। ਭਾਸਕਰ ਸਾਹਿਬ ਜੀ ਆਏ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬੀ ਦੇ ਫੌਤ ਹੋ ਗਏ ਮਰਹੂਮ ਜਸਪਾਲ ਭੱਟੀ ਦੀ ਫਿਲਮ ਮਾਹੌਲ ਠੀਕ ਹੈ ਦਾ ਇੱਕ ਡਾਇਲੌਗ ਬਾਰ-ਬਾਰ ਕੰਨਾਂ 'ਚ ਵੱਜਦਾ ਹੈ। ਆਮ ਬੰਦੇ ਦੀ ਜ਼ਿੰਦਗੀ ਵੀ ਕੀ ਜ਼ਿੰਦਗੀ, ਦੁੱਖ ਤਕਲੀਫਾਂ, ਧੱਕੇ ਧੋੜੇ। ਹੁਣ ਇਹਦੇ ਵਿੱਚ ਥੱਪੜ ਵੀ ਜੜ ਲਈ ਹੈ। ਇਹਨੂੰ ਥੱਪੜ ਜੋੜ ਕੇ ਜਦੋਂ ਦੇਖੋਗੇ ਤਾਂ ਸਾਡੇ ਪੋਲੀਟੀਸ਼ੀਅਨਸ ਤੇ ਕਿਰਦਾਰ ਨੰਗੇ ਹੁੰਦੇ ਤੱਕੋਗੇ। ਇੱਕ ਐਮਐਲਏ ਇੱਕ ਵਿਅਕਤੀ ਨੂੰ, ਇੱਕ ਬੱਚੇ ਨੂੰ ਥੱਪੜ ਮਾਰਦਾ ਤੇ ਉਹਦੇ ਚਮਚੇ ਚੇਲੇ ਚਾਟੜੇ ਨਾਲ 5-7 ਹੋਰ ਮਾਰ ਦਿੰਦੇ। ਇਹੀ ਸਾਡੀ ਮਾਨਸਿਕਤਾ ਹੈ, ਇਹੀ ਸਾਡਾ ਤਰੀਕਾ ਹੈ। ਜੁੱਤੀ ਤਾਂ ਆਮ ਤੌਰ ਤੇ ਬਹੁਤ ਫਿਰਦੇ ਆ ਜ਼ੋਰਾਵਰ ਪੋਲੀਟੀਸ਼ੀਅਨ, ਲੇਕਿਨ ਉਹ ਦਿਸਦੀ ਨਹੀਂ, ਤਰੀਕਾਕਾਰ ਕੋਈ ਹੋਰ ਹੁੰਦਾ। ਪਰ ਨੰਗੇ ਚਿੱਟੇ ਰੂਪ 'ਚ ਇਹ ਆਪਾ ਖੋ ਦੇਣਗੇ, ਉਧਰ ਤੁਰੇ ਜਾਂਦੇ ਆ। ਇਹ ਦੌਰ ਚੰਗਾ ਦੌਰ ਨਹੀਂ, ਇਹਦੀ ਨਖੇਦੀ ਕਰਨੀ ਬਣਦੀ ਆ। ਐਸੇ ਐਮਐਲਏ ਨੂੰ ਮਿਸਾਲੀ ਸਜ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਦਿੱਤੀ ਜਾਣੀ ਚਾਹੀਦੀ ਆ, ਜੇ ਕੋਈ ਨਿਯਮ ਹੈ, ਕਾਨੂੰਨ ਕਾਇਦਾ ਤਾਂ। ਦੂਜਾ ਸਵਾਲ, ਇੱਕ ਬਹੁਤ ਸਵਾਲਾਂ ਦੀ ਵਾਛੜ ਹੋਈ ਹੈ ਸਾਡੇ ਵੱਲ ਕਿ ਜਦੋਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕਰਦੇ ਹੋ, ਉਹਨੂੰ ਸਵਾਲਾਂ 'ਚ ਰੱਖਦੇ ਹੋ, ਤਾਂ ਉਹਨਾਂ ਦੇ ਨਾਲ 17 ਜਾਂ 16 ਮੰਤਰੀ ਵੀ ਸੀਗੇ। ਪੂਰੀ ਸਰਕਾਰ ਦੀ ਕਾਰਗੁਜ਼ਾਰੀ ਘੇਰੇ 'ਚ ਕਿਉਂ ਨਾ ਹੋਵੇ? ਜੇਕਰ ਮੁੱਖ ਮੰਤਰੀ ਅਸਫਲ ਹੈ ਤਾਂ ਉਹਦੇ ਮੰਤਰੀ ਸਫਲ ਕਿਵੇਂ ਹੋ ਗਏ? ਇਹ ਸਵਾਲ ਵਾਜਬ ਹੈ, ਕਰਨ ਵਾਲੇ ਠੀਕ ਨੇ। ਸੱਚਮੁੱਚ ਜਿਹੜੇ ਵਜ਼ੀਰਾਂ ਨੇ ਲਗਭਗ 4.5 ਸਾਲ ਕੁਝ ਨਹੀਂ ਕੀਤਾ, ਲੇਕਿਨ ਸਾਰੇ ਦੋਸ਼ ਇੱਕ ਵਿਅਕਤੀ ਤੇ, ਜਿਹੜਾ ਮੁੱਖ ਮੰਤਰੀ ਸੀ, ਉੱਤੇ ਜੜ ਕੇ ਸੁਰਖਰੂ ਹੋ ਕੇ ਨਵੀਂ ਵਜ਼ਾਰਤ ਵਿੱਚ ਸੱਜ ਗਏ ਨੇ। ਉਹਨਾਂ ਲਈ ਸਵਾਲ ਤਾਂ ਬਣਦੇ ਹੀ ਨੇ। ਤੀਜਾ, ਮਾਣਯੋਗ ਸੁਪਰੀਮ ਕੋਰਟ ਕਿਸਾਨਾਂ ਨੂੰ ਅੰਦੋਲਨ ਕਰਨ ਦੇ ਹੱਕ ਹਕੂਕ ਤਾਂ ਦੇਣ ਦੀ ਸ਼ਾਦੀ ਭਰ ਰਹੀ ਹੈ, ਲੇਕਿਨ ਸੜਕਾਂ ਜਾਮ ਕਰਨ ਤੋਂ ਰੋਕ ਰਹੀ ਹੈ। ਇਹਦੇ ਵਿੱਚ ਇੱਕ ਸਵਾਲ ਬਾਰ-ਬਾਰ ਉੱਠਿਆ। ਮਾਣਯੋਗ ਸੁਪਰੀਮ ਕੋਰਟ ਸਰਵਉੱਚ ਸੰਸਥਾ ਹੈ ਭਾਰਤ ਦਾ, ਇੱਕ ਐਸਾ ਨਿਜ਼ਾਮ ਜਿਹਦੇ ਵਿੱਚ ਸਾਰਿਆਂ ਦੀ ਉਮੀਦ ਉੱਥੇ ਹੁੰਦੀ ਹੈ, ਲੇਕਿਨ ਕਿਸਾਨ ਆਖਦੇ ਆ ਚੰਗਾ ਹੁੰਦਾ ਜੇ ਅਪੈਕਸ ਕੋਰਟ, ਇਹ ਉੱਚ ਅਦਾਲਤ, ਮਾਣਯੋਗ ਸੁਪਰੀਮ ਕੋਰਟ ਕਿਤੇ ਸਾਡਾ ਦੁੱਖ ਸੁਣ ਕੇ ਇਹ ਫੈਸਲਾ ਕਰ ਦੇਵੇ ਕਿ ਖੇਤੀ ਨਾਲ ਸੰਬੰਧਿਤ ਕਾਨੂੰਨ ਬਣਾਉਣ ਦਾ ਅਖਤਿਆਰ ਕੀ ਕੇਂਦਰ ਕੋਲ ਹੈ ਜਾਂ ਰਾਜਾਂ ਕੋਲ ਹੈ। ਭਾਰਤੀ ਸੰਵਿਧਾਨ ਇਹਨੂੰ ਸਟੇਟ ਸਬਜੈਕਟ ਮੰਨਦਾ ਹੈ, ਐਗਰੀਕਲਚਰ ਨੂੰ। ਉੱਥੇ ਫੈਸਲਾ ਆ ਜਾਏ ਤਾਂ ਬਾਕੀ ਜਿੰਨੇ ਝੰਜਟ ਨਿਬੜ ਜਾਣਗੇ। ਮੈਂ ਮੁੜਾਵਾਂ ਤੇ ਤੁਹਾਨੂੰ ਪੁੱਛਾਂ, ਸਾਡੇ ਕਿਰਦਾਰ ਇਹੋ ਹੀ ਨੇ ਕਿ ਜਿੱਥੇ ਸਾਨੂੰ ਵਿਚਾਰਾ ਟੱਕਰਿਆ ਕੋਈ, ਧਰ ਲੋ ਗੋਡਿਆਂ ਥੱਲੇ, ਫਿਰ ਦੇ ਜਿੱਥੇ ਪੈਂਦੀ ਹੈ। ਏਦਾਂ ਹੀ ਹੋਣ ਡਈ ਆ। ਅੱਗੇ ਕੌਣ ਪੁੱਛਦਾ ਗਰੀਬ ਨੂੰ? ਤੇ ਜੇਕਰ ਇੰਨੇ ਕੱਪੜਿਆਂ ਤੋਂ ਬਾਹਰ ਹੋਣਾ ਹੈ ਤਾਂ ਫਿਰ ਏਡੇ ਲਿਬਾਸ ਨਾ ਪਾਓ ਐਮਐਲਏ ਸ਼ਿਪ ਵਾਲੇ। ਕੀ ਕਹਿੰਦੇ ਹੋ? ਬਿਲਕੁਲ ਠੀਕ ਗੱਲ ਹੈਗੀ ਹੈ। ਜਦ ਚੋਣਾਂ ਦਾ ਟਾਈਮ ਆਉਂਦਾ ਹੈ ਤੇ ਲੋਕੀ ਵੀ ਸਵਾਲ ਕਰਨਾ ਸ਼ੁਰੂ ਕਰ ਦਿੰਦੇ ਨੇ। ਬਹੁਤ ਵਾਰ ਇਦਾਂ ਦੀ ਗੱਲ ਪਹਿਲੇ ਵੀ ਸਾਹਮਣੇ ਆਈ ਹੈ, ਭਾਵੇਂ ਪੰਜਾਬ ਦੇ ਵਿੱਚ ਘੱਟ ਵਕਤ ਵਿੱਚ ਸਾਹਮਣੇ ਆਈ ਹੈ। ਜਿਹੜਾ ਕੱਲ ਇਨਸੀਡੈਂਟ ਹੋਇਆ, ਜਿਹੜਾ ਭੋਆ ਦੇ ਸਾਡੇ ਜਿਹੜੇ ਕਾਂਗਰਸ ਦੇ ਐਮਐਲਏ ਹੈਗੇ ਨੇ ਜੋਗਿੰਦਰਪਾਲ ਸਿੰਘ, ਉਹਨਾਂ ਨੂੰ ਇੱਕ ਪਿੰਡ ਦੇ ਮੁੰਡੇ ਨੇ ਸਵਾਲ ਜਿਹਾ ਕਰ ਲਿਆ ਵੀ ਤੂੰ ਕੀਤਾ ਕੀ ਹੈ। ਇੰਨੀ ਕੁ ਗੱਲ ਸੀਗੀ, ਲੋਕਾਂ ਨੇ ਫੜ ਲਿਆ ਉਹਨੂੰ। ਪਰ ਫਿਰ ਵੀ ਐਮਐਲਏ ਨੇ ਕਿਹਾ ਨਹੀਂ, ਮੇਰੇ ਕੋਲ ਲੈ ਕੇ ਆਓ, ਜਿੱਦਾਂ ਪੁਚਕਾਰ ਕੇ ਕਿ ਵੀ ਮੇਰੇ ਕੋਲ ਲੈ ਕੇ ਆਓ, ਮੈਂ ਇਹਨੂੰ ਸਮਝਾਉਣਾ। ਜਦ ਉਹ ਮੁੰਡਾ ਐਮਐਲਏ ਦੇ ਕੋਲ ਜਾਂਦਾ ਤੇ ਉਹਨੂੰ ਥੱਪੜ, ਮੁੱਕੇ, ਬਹੁਤ ਕੁਝ ਮਾਰਿਆ ਜਾਂਦਾ ਹੈ। ਉਹ ਇੱਥੇ ਤੱਕ ਕਿ ਜਿਹੜੇ ਸੁਰੱਖਿਆ ਕਰਮੀ ਸੀਗੇ ਉਸ ਐਮਐਲਏ ਦੇ, ਉਹ ਵੀ ਉਹਨੂੰ ਕੁੱਟਦੇ ਨੇ। ਔਰ ਕੁੱਟਣ ਤੋਂ ਬਾਅਦ ਜਦ ਇਹ ਗੱਲ ਵਾਇਰਲ ਹੋ ਜਾਂਦੀ ਹੈ, ਫਿਰ ਉਹ ਆਪਣੇ ਫੋਨ ਬੰਦ ਕਰਕੇ, ਅੱਜ ਪੂਰਾ ਦਿਨ, ਕੱਲ ਤੋਂ ਲੈ ਕੇ ਅੱਜ ਤੱਕ ਉਹਨਾਂ ਦਾ ਫੋਨ ਬੰਦ ਹੀ ਆ ਰਿਹਾ ਸੀਗਾ। ਪਰ ਡੈਮੋਕ੍ਰੇਸੀ ਦੇ ਵਿੱਚ ਅਗਰ ਜਨਤਾ ਜਾਂ ਜਨਤਾ ਦਾ ਕੋਈ ਨੁਮਾਇੰਦਾ ਜਾਂ ਜਨਤਾ ਦੇ ਵਿੱਚੋਂ ਕੋਈ ਵੀ ਵਿਅਕਤੀ ਕਿਸੇ ਲੀਡਰ ਨੂੰ ਸਵਾਲ ਪੁੱਛਦਾ ਹੈ, ਉਹਦੇ ਨਾਲ ਐਦਾਂ ਦੀ ਹਰਕਤ ਕਰਨੀ, ਮੈਨੂੰ ਇਹ ਲੱਗਦਾ ਹੈ ਕਿ ਭਾਵੇਂ ਉਹ ਚੰਨੀ ਹੋਣਾ ਮੁੱਖ ਮੰਤਰੀ ਹੋਣ ਜਾਂ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਾ ਹੋਣ, ਉਹ ਵੀ ਇਸ ਗੱਲ ਦੇ ਜਵਾਬ ਦੇ ਉਹਨਾਂ ਦੀ ਬਣਦੀ ਹੈ ਕਿ ਐਦਾਂ ਦੇ ਐਮਐਲਏ ਦੇ ਖਿਲਾਫ ਤੁਸੀਂ ਕੀ ਐਕਸ਼ਨ ਲਿੱਤਾ। ਚਲੋ ਆਪੋਜੀਸ਼ਨ ਨੇ ਇਹ ਗੱਲ ਚੱਕਣੀ ਹੀ ਸੀਗੀ। ਇੱਥੇ ਤੱਕ ਕਿ ਸੁਖਬੀਰ ਬਾਦਲ ਉਹਨਾਂ ਨੇ ਤੇ ਇੱਕ ਕੈਂਪੇਨ ਵੀ ਖੜਾ ਕੀਤਾ, ਤੂੰ ਕੀ ਕੀਤਾ ਜਾਂ ਤੁਸੀਂ ਕੀਤਾ ਕੀ ਹੈ। ਉਸ ਮੁੱਦੇ ਤੇ ਇੰਨਾ ਕੁ ਵਾਇਰਲ ਹੋ ਰਿਹਾ ਹੈ ਔਰ ਇਸ ਮੁੱਦੇ ਤੇ ਕਾਂਗਰਸ ਪੂਰੀ ਦੀ ਪੂਰੀ ਘਿਰੀ ਹੋਈ ਨਜ਼ਰ ਆ ਰਹੀ ਹੈ। ਭਾਵੇਂ ਉਸ ਲੜਕੇ ਦੇ ਨਾਲ ਉਸ ਐਮਐਲਏ ਦਾ ਕਹਿੰਦੇ ਹੈ ਕਿ ਚੁੱਪ ਚਪੀਤੇ ਕੋਈ ਰਾਜੀਨਾਮਾ ਜਿਹਾ ਹੋ ਗਿਆ ਹੈ, ਪਰ ਇੱਦਾਂ ਦੀ ਹਰਕਤ ਪਬਲਿਕਲੀ ਕਰਨਾ, ਸਵਾਲ ਪੁੱਛਣ ਤੇ ਥੱਪੜ, ਮੁੱਕੇ, ਲਾਤਾਂ ਮਾਰਨਾ,
ਇਹ ਆਪਣੇ ਆਪ ਵਿੱਚ ਡੈਮੋਕ੍ਰੇਸੀ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ, ਔਰ ਉਹ ਵੀ ਚੋਣਾਂ ਤੋਂ 2-3 ਮਹੀਨੇ ਪਹਿਲੇ। ਮੈਨੂੰ ਇਹ ਲੱਗਦਾ ਹੈ ਕਿ ਜੇ ਕਿਤੇ ਅਸੀਂ ਵੀ ਇੱਦਾਂ ਦੇ ਕੋਈ ਸਵਾਲ ਕਿਸੇ ਮੰਤਰੀ ਨੂੰ, ਕਿਸੇ ਲੀਡਰ ਨੂੰ ਕਰਦੇ ਹਾਂ, ਤੇ ਉਹਨੂੰ ਵੀ ਸਾਡੇ ਤੋਂ ਚਿੜ ਮਚੇਗੀ, ਕਿਉਂਕਿ ਜੋ ਕੁਝ ਕਾਂਗਰਸ ਨੇ ਪਿਛਲੇ 4.5 ਸਾਲ ਤੋਂ ਵੱਧ ਟਾਈਮ ਵਿੱਚ ਨਹੀਂ ਕੀਤਾ, ਜੇ ਤੁਸੀਂ ਉਹਦੇ ਉੱਤੇ ਸਵਾਲ ਪੁੱਛੋ ਤੇ ਸਵਾਲਾਂ ਦੀ ਲਿਸਟ ਇੰਨੀ ਕੁ ਲੰਬੀ ਹੈ ਕਿ ਉਹ ਕਿਸੇ ਵੀ ਲੀਡਰ ਨੂੰ ਇਰੀਟੇਟ ਕਰ ਜਾਏਗੀ। ਪਰ ਇਰੀਟੇਟ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਿਸੇ ਵੀ ਆਮ ਜਨਤਾ ਦੇ ਬੰਦੇ ਨੂੰ ਮੁੱਕੇ, ਲੱਤਾਂ ਤੇ ਪੂਰੀ ਤੁਹਾਡੀ ਪੁਲਿਸ ਸਿਕਿਉਰਿਟੀ ਉਹਨੂੰ ਕੁੱਟੇ, ਔਰ ਇਸ ਤਰੀਕੇ ਨਾਲ ਕੁੱਟੇ ਕਿ ਤੂੰ ਸਵਾਲ ਕਿਉਂ ਪੁੱਛਿਆ। ਤੇ ਉਹਨੂੰ ਵੋਟ ਦੇਣ ਦਾ ਅਧਿਕਾਰ ਹੈਗਾ, ਸਵਾਲ ਪੁੱਛਣ ਦਾ ਅਧਿਕਾਰ ਜਨਤਾ ਨੂੰ ਨਹੀਂ ਹੈਗਾ। ਇਸ ਐਮਐਲਏ ਨੇ ਇਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਸ ਐਮਐਲਏ ਦੇ ਖਿਲਾਫ ਕੜਾ ਤੋਂ ਕੜਾ ਐਕਸ਼ਨ ਲੈਣਾ ਚਾਹੀਦਾ ਹੈ। ਜੇ ਨਹੀਂ ਲੈਂਦੇ ਤੇ ਭਾਵੇਂ ਰਾਜੀਨਾਮਾ ਹੋ ਗਿਆ ਹੋਏ, ਜਿਹੜਾ ਜਿਸ ਮੁੰਡੇ ਨੂੰ ਇਹ ਥੱਪੜ ਮਾਰਿਆ ਗਿਆ ਹੈ ਜਾਂ ਉਹਦੀ ਪਿਟਾਈ ਕੀਤੀ ਗਈ ਹੈ, ਪਰ ਇਹ ਰਾਜੀਨਾਮਾ ਜਨਤਾ ਦੇ ਔਰ ਸਰਕਾਰ ਦੇ ਵਿੱਚ ਰਾਜੀਨਾਮੇ ਦੇ ਤੌਰ ਤੇ ਨਹੀਂ ਦੇਖਿਆ ਜਾਣਾ ਚਾਹੀਦਾ, ਕਿਉਂਕਿ ਉਹ ਜਨਤਾ ਦੀ ਆਵਾਜ਼ ਸੀ। ਜਨਤਾ ਦੀ ਆਵਾਜ਼ ਨੂੰ ਮਾਰ ਕੇ, ਕੁੱਟ ਕੇ ਦਬਾਏ ਜਾਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ, ਇਹਨੂੰ ਵੱਡੇ ਪੱਧਰ ਤੋਂ ਦੇਖਣਾ ਚਾਹੀਦਾ, ਔਰ ਉਸ ਐਮਐਲਏ ਦੇ ਖਿਲਾਫ ਤੁਰੰਤ ਐਕਸ਼ਨ ਲੈਣਾ ਉਹ ਸਰਕਾਰ ਦੀ ਜ਼ਿੰਮੇਵਾਰੀ ਵੀ ਹੈਗੀ ਹੈ। ਔਰ ਪ੍ਰਜਾਤੰਤਰ ਦੇ ਵਿੱਚ ਜਦ ਵੀ ਕਦੀ ਇੱਦਾਂ ਦੀ ਘਟਨਾਵਾਂ ਘਟਦੀਆਂ, ਉਹ ਪੂਰਾ ਦੇਸ਼, ਪੂਰਾ ਸੂਬਾ ਸ਼ਰਮਸਾਰ ਹੁੰਦਾ। ਭਾਸਕਰ ਸਾਹਿਬ, ਅੱਗੇ ਪੋਲੀਟੀਸ਼ੀਅਨਸ ਦੇ ਖਿਲਾਫ ਜਿਹੜੇ ਕੇਸ ਹੁੰਦੇ ਉਹਨਾਂ ਦਾ ਕੀ ਬਣਦਾ ਹੈ? ਬਣਨਾ ਤਾਂ ਇੱਥੇ ਵੀ ਕੱਖ ਨਹੀਂ, ਕਿਹੜੀ ਕੋ ਧਾਰਾ ਲੱਗਣੀ ਸੀ, ਕਿਹੜੀ ਉਹਨਾਂ ਹੱਡੀ ਤੋੜਤੀ ਸੀ। ਗੱਲ ਤਾਂ ਜਿੰਨੀ ਧੱਫਿਆਂ ਮੁੱਕੀਆਂ ਦੀ ਹੁੰਦੀ, ਓਨਾ ਹੀ ਕੋਈ ਛੋਟਾ ਜਿਹਾ ਮੁਕੱਦਮਾ ਦਰਜ ਹੋ ਜਾਂਦਾ ਵੱਧ ਤੋਂ ਵੱਧ। ਜੇ ਸਮਝੌਤਾ ਹੋ ਵੀ ਗਿਆ ਤੇ ਵੈਸੇ ਇੱਕ ਐਮਐਲਏ ਤੇ ਇੱਕ ਸਧਾਰਨ ਜੇ ਬੱਚੇ ਜਾਂ ਉਹਦੇ ਪੇਰੈਂਟਸ ਦੇ ਵਿੱਚ ਆਪਸ ਵਿੱਚ ਮੇਲ ਕੀ ਆ? ਉਹ ਡਰਦੇ ਵਿਚਾਰੇ ਵੈਸੇ ਹੀ ਸ਼ਾਮ ਤੱਕ ਘਰ ਆ ਗਏ ਹੋਣੇ ਜੀ, ਸਾਡੇ ਪੁੱਤ ਕੋ ਗਲਤੀ ਹੋ ਗਈ, ਟੱਬਰ ਸਾਰਾ, ਰਿਸ਼ਤੇਦਾਰੀਆਂ ਆ ਗਈਆਂ ਹੋਣੀਆਂ, ਕਿਉਂਕਿ ਡਾਢਿਆਂ ਦਾ 37 ਵੀ 100 ਹੁੰਦਾ। ਪਰ ਭੁੱਲ ਨਾ ਜਾਇਓ ਐਮਐਲਏ ਸਾਹਿਬ, ਇਹ ਜਨਤਾ ਹੈ, ਇਹ ਲੋਕ ਆ, ਇਹ ਚੱਕ ਵੀ ਦਿੰਦੇ ਆ ਤੇ ਚੱਕ ਥਲ ਵੀ ਕਰ ਦਿੰਦੇ ਆ। ਇਹ ਐਮਐਲਏ ਨੂੰ ਜੇਕਰ ਜਿਹੜੇ ਕਾਨੂੰਨ ਘੜਨ ਵਾਲੇ ਆ, ਸੰਵਿਧਾਨ ਘਾੜੇ ਨੇ, ਜੇ ਇਹ ਅਸੈਂਬਲੀਆਂ ਤੇ ਪਾਰਲੀਮੈਂਟ 'ਚ ਬੈਠੇ ਲੋਕ ਕਾਨੂੰਨ ਬਣਾਉਂਦੇ ਨੇ, ਤਾਂ ਜੇ ਇਹ ਕਾਨੂੰਨ ਤੋੜਨ ਤੇ ਇਹਨਾਂ ਲਈ ਡਬਲ ਸਜ਼ਾ ਹੋਣੀ ਚਾਹੀਦੀ ਆ। ਇਹ ਵੀ ਪ੍ਰਾਵਧਾਨ ਕਰਨੇ ਚਾਹੀਦੇ ਆ। ਜਿਹੜੇ ਜਾਣਦੇ ਬੁੱਝਦੇ ਕਾਨੂੰਨ ਦੀ ਉਲੰਘਣਾ ਕਰਦੇ ਨੇ, ਜਿਹੜੇ ਦਹਿਸ਼ਤ ਪੈਦਾ ਕਰਦੇ ਆ, ਜਿਹੜੇ ਡਰ ਦਾ ਮਾਹੌਲ ਬਣਾਉਂਦੇ ਆ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ। ਜੇਕਰ ਕਾਮਨ ਮੈਨ ਨੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, ਉਹਨਾਂ ਦੀਆਂ ਜੱਫੀਆਂ, ਉਹਨਾਂ ਦੇ ਸਾਰੇ ਐਕਟ ਲੋਕਾਂ ਨਾਲ, ਆਮ ਲੋਕਾਂ ਨਾਲ ਜੇ ਹੁਣ ਜਸਟੀਫਾਈ ਨਾ ਹੋਏ ਤੇ ਕਦੋਂ ਹੋਣਗੇ? ਆਪਣੇ ਐਮਐਲਏ ਦੇ ਖਿਲਾਫ ਸਖਤ ਕਾਰਵਾਈ ਕਰੋ ਤੇ ਪ੍ਰੋਟੈਕਸ਼ਨ ਦਿਵਾਓ ਉਹਨਾਂ ਨੂੰ, ਜਿਹੜੇ ਹਿਮਾਤੜਾਂ ਦਾ ਜੀਣਾ ਹਰਾਮ ਹੋਇਆ ਹੋਣਾ ਦਿਹਾੜੀ ਪੂਰਾ। ਸੋ ਮੈਂ ਭਾਸਕਰ ਸਾਹਿਬ ਅੱਗੇ ਵਧਾਂ। ਅਸੀਂ ਵੈਸੇ ਜਿਸ ਦੌਰ 'ਚ ਜੀ ਰਹੇ ਹਾਂ, ਇੱਥੇ ਗੱਲਾਂ ਕਾਹਦੀਆਂ ਕਰਨੀਆਂ, ਗੱਲਾਂ ਜੋ ਗਈਆਂ, ਹੋਰ ਕਰ ਵੀ ਕੀ ਸਕਦੇ ਹਾਂ। ਪਰ ਜੇ ਇਹ ਵੀ ਨਾ ਕਰਾਂਗੇ, ਲੋਕ ਕਹਿਣਗੇ ਉਹੀ ਗੱਲ ਨਾ, ਜੰਗਲ 'ਚ ਲੱਗੀ ਅੱਗ 'ਚ ਜੇ ਚਿੜੀ ਚੁੰਝ ਭਰ ਭਰ ਪਾਣੀ ਪਾਉਂਦੀ ਰਹੀ, ਘੱਟੋ ਘੱਟ ਅੱਗ ਬੁਝਾਉਣ ਵਾਲਿਆਂ 'ਚ ਸ਼ਾਮਲ ਹੋ ਗਈ। ਸਾਨੂੰ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਹਾਸ਼ੀਏ ਤੇ ਜਾ ਕੇ ਸਵਾਲਾਂ ਦੇ ਘੇਰੇ 'ਚ ਆ ਗਏ ਕਿ ਉਹ ਬੀਜੇਪੀ ਨਾਲ ਸਾਂਝ ਪਾਉਣ ਤੁਰ ਪਏ, ਅਖੇ ਜੇ ਪਹਿਲਾਂ ਹੀ ਰਲੇ ਹੋਏ ਸੀ। ਬਹੁਤ ਸਾਰੇ ਸਵਾਲ ਲੋਕਾਂ ਕੀਤੇ ਕਿ ਪੂਰੀ ਸਰਕਾਰ ਜ਼ਿੰਮੇਵਾਰ ਕਿਉਂ ਨਹੀਂ? ਜੇ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ ਤਾਂ ਹੁਣ ਫਿਰ ਨਵੀਂ ਸਰਕਾਰ ਦੇ ਵਿੱਚ ਸੱਜ ਕੇ ਬੈਠੇ ਮੰਤਰੀ, ਜਿਹੜੇ ਉਹਨਾਂ ਦੇ ਬਿਲਕੁਲ ਐਨ ਕਿਚਨ ਕੈਬਨਿਟ 'ਚ ਵੀ ਸੀ ਤੇ ਦੂਜੀ ਕੈਬਨਿਟ 'ਚ ਵੀ ਸੀ, ਜਿਹੜੇ ਫੈਸਲਿਆਂ ਦੇ ਵਿੱਚ ਸ਼ਾਮਲ ਸੀ ਔਰ ਜਿਹੜੇ ਹਰ ਤਰ੍ਹਾਂ ਦਾ ਸਹੂਲਤ ਮਾਣਦੇ ਰਹੇ, ਉਹ ਅੱਜ ਫਿਰ ਉਸੇ ਹੀ ਤਰ੍ਹਾਂ ਸਹੂਲਤਾਂ ਮਾਣ ਰਹੇ ਆ। ਉਹਨਾਂ ਦੇ ਅੱਗੇ ਸਵਾਲ ਕਿਉਂ ਨਾ? ਇਹ ਜ਼ਰੂਰ ਸਵੈ ਮੁਲਾਂਕਣ ਕਰਨ ਵਜ਼ੀਰ ਕਿ 4.5 ਸਾਲਾਂ 'ਚ ਨਾ ਆਪਣੇ ਮਹਿਕਮਿਆਂ 'ਚ ਕੀਤਾ ਕੀ ਕੋਈ ਆਈਡੀਅਲ ਫੈਸਲਾ ਹੋਵੇ। ਇਹ ਲੋਕਾਂ ਦੇ ਸਵਾਲ ਲੋਕਾਂ ਦੇ ਕਚਹਿਰੀ 'ਚ ਰੱਖ ਰਹੇ ਆ। ਭਾਸਕਰ ਸਾਹਿਬ, ਇਸ ਡਿਬੇਟ 'ਚੋਂ ਕੱਢੀਏ ਕੀ? ਤੁਸੀਂ ਮੈਨੂੰ ਦੱਸੋ। ਜਿਹੜੇ ਵਜ਼ੀਰ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਹੀ ਸੀ ਤੇ ਉਹਨਾਂ ਦੀ ਅੱਖ ਦੇ ਇਸ਼ਾਰੇ ਤੋਂ ਬਿਨਾਂ ਉਹ ਤੁਰਦੇ ਵੀ ਨਹੀਂ ਸੀ, ਔਰ ਜਿਹੜੇ ਉਹਨਾਂ ਨੂੰ ਮਿਲਣ ਲਈ, ਉਹਨਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਸਾਰੇ ਪਾਪੜ ਵੇਲਦੇ ਸੀ, ਅੱਜ ਜਿੱਡੇ ਮਰਜ਼ੀ ਬਿਆਨ ਦੇਈ ਜਾਣ, ਲੋਕਾਂ ਨੂੰ ਪਤਾ ਹੈ ਅੰਦਰ ਕੀ ਕੁਝ ਪਿਆ। ਖੈਰ, ਜ਼ਿੰਮੇਵਾਰੀ ਇਕੱਲੇ ਕੈਪਟਨ ਦੀ ਫਿਕਸ ਹੁੰਦੀ ਆ ਅਸਫਲਤਾ ਦੀ 4.5 ਸਾਲ ਦੀ, ਜਾਂ ਉਹ 16-17 ਚਿਹਰੇ? ਕੀ ਕਹਿੰਦੇ? ਰੰਧਾਵਾ ਜੀ, ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ, ਔਰ ਅੱਜ ਦੇ ਦੌਰ ਦੇ ਵਿੱਚ ਜਿਹੜੇ ਸਰਕਾਰ ਦੇ ਮੰਤਰੀ ਹੈਗੇ ਨੇ, ਤਕਰੀਬਨ ਅੱਧੇ ਤੋਂ ਜ਼ਿਆਦਾ ਮੰਤਰੀ ਉਹੀ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਜਾਂ ਉਹਨਾਂ ਦੀ ਕੈਬਨਿਟ ਦੇ ਵਿੱਚ ਵੀ ਹੁੰਦੇ ਸੀਗੇ।
ਜੀ ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਤੇ ਕਾਫੀ ਇਲਜ਼ਾਮ ਲਾਏ ਗਏ। ਕੁਝ ਇਲਜ਼ਾਮ ਸਿੱਧੂ ਉਹਨਾਂ ਨੇ ਲਾਏ, ਕੁਝ ਜਿਹੜੇ ਨਵੇਂ ਮੁੱਖ ਮੰਤਰੀ ਬਣੇ ਨੇ ਚੰਨੀ ਸਾਹਿਬ, ਜਦ ਤ੍ਰਿਪਤ ਰਜਿੰਦਰ ਬਾਜਵਾ ਦੇ ਘਰੇ ਮੀਟਿੰਗ ਸੀਗੀ, ਮੀਟਿੰਗ ਤੋਂ ਬਾਹਰ ਆ ਕੇ ਉਹਨਾਂ ਨੇ ਸਿਰਫ 2 ਸ਼ਬਦ ਕਹੇ ਸੀ, ਸਾਨੂੰ ਇਸ ਮੁੱਖ ਮੰਤਰੀ ਤੇ ਭਰੋਸਾ ਨਹੀਂ, ਇਹਨੂੰ ਹਟਾਉਣਾ ਚਾਹੀਦਾ ਹੈ। ਭਾਵੇਂ ਉਸ ਟਾਈਮ ਉਹ ਕੈਂਪੇਨ, ਉਹ ਮੁਹਿੰਮ ਫੇਲ ਹੋ ਗਈ ਸੀ, ਪਰ ਜੀ 15 ਕੁ ਦਿਨ ਬਾਅਦ ਫਿਰ ਦੁਬਾਰਾ ਇੱਕ ਕੈਂਪੇਨ ਚਲਾਈ ਗਈ। ਚੁੱਪ ਚਪੀਤੇ ਜਿਹੜੇ 40 ਐਮਐਲਏ ਦੇ ਸਾਈਨ ਲਿੱਤੇ ਗਏ, ਉਹ ਲੈਟਰ ਨਾ ਕਿਸੇ ਨੇ ਦੇਖਿਆ ਨਾ ਕਿਸੇ ਨੇ ਦਿਖਾਇਆ, ਪਰ ਇੱਕ ਕੈਂਪੇਨ ਚਲਾਈ ਗਈ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਗਿਆ। ਅੱਜ ਇਲਜ਼ਾਮ ਇਹ ਲੱਗਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ 4 ਸਾਲ ਤੱਕ ਕੁਝ ਨਹੀਂ ਕੀਤਾ। ਜੇ ਕੁਝ ਨਹੀਂ ਕੀਤਾ ਤੇ ਉਹਦੀ ਕਲੈਕਟਿਵ ਰਿਸਪੌਂਸਿਬਿਲਿਟੀ, ਉਹ ਜਿਹੜੇ ਅੱਧ ਤੋਂ ਵੱਧ ਐਮਐਲਏ ਮੰਤਰੀ ਜਿਹੜੇ ਹਜੇ ਵੀ ਕੈਬਨਿਟ ਦੇ ਵਿੱਚ ਹੈ, ਉਹ ਵੀ ਰਿਸਪੌਂਸਿਬਲ ਸੀਗੇ। ਉਹਨਾਂ ਦੇ ਖਿਲਾਫ ਕਿਉਂ ਕੋਈ ਐਕਸ਼ਨ ਨਹੀਂ ਹੋਇਆ? ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੇਨ ਐਕਸ਼ਨ ਸੀਗੇ ਕਿ ਇਹ ਬਾਦਲਾਂ ਨਾਲ ਰਲੇ ਹੋਏ ਨੇ, ਜਿਹੜੇ ਇਲਜ਼ਾਮ ਬਾਰ-ਬਾਰ ਸਿੱਧੂ ਨਾਲ ਲਾਉਂਦੇ ਸੀਗੇ, ਜਾਂ ਮਾਈਨਿੰਗ ਮਾਫੀਆ ਦੇ ਖਿਲਾਫ, ਲਿਕਰ ਮਾਫੀਆ ਦੇ ਖਿਲਾਫ, ਕੇਬਲ ਮਾਫੀਆ ਦੇ ਖਿਲਾਫ ਕੁਝ ਵੀ ਨਹੀਂ ਕੀਤਾ ਕੈਪਟਨ ਸਾਹਿਬ ਨੇ। ਇਸ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਹੈ। ਨਵੇਂ ਮੁੱਖ ਮੰਤਰੀ ਬਣੇ ਨੇ, ਮਹੀਨੇ ਤੋਂ ਵੱਧ ਤਕਰੀਬਨ ਉਹਨਾਂ ਨੂੰ ਹੋ ਗਿਆ। ਇਸ ਮਹੀਨੇ ਦੇ ਵਿੱਚ ਉਹਨਾਂ ਮੁੱਦਿਆਂ ਦੇ ਉੱਤੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਕੈਪਟਨ ਸਾਹਿਬ ਨੂੰ ਹਟਾਇਆ ਜਾਂਦਾ ਬਤੌਰ ਮੁੱਖ ਮੰਤਰੀ, ਉਹ ਵੀ ਆਪਾਂ ਕਹੀਏ ਅਨਸੈਰੇਮੋਨੀਅਸਲੀ, ਤੇ ਉਸ ਮੁੱਦੇ ਤੇ ਨਵੀਂ ਸਰਕਾਰ ਦਾ ਚੁੱਪੀ ਧਾਰ ਲੈਣਾ ਔਰ ਉਸ ਮੁੱਦੇ ਤੇ ਸਿੱਧੂ ਉਹਨਾਂ ਦਾ ਹਜੇ ਵੀ ਰੋਲਾ ਪਾਣਾ ਕਾਇਮ ਰਹਿਣਾ। ਤੁਸੀਂ ਦੇਖੋ ਸਰਕਾਰ ਜਾ ਕਿਸ ਪਾਸੇ ਰਹੀ ਹੈ ਕਿ ਅੱਜ ਤੋਂ 2 ਮਹੀਨੇ ਬਾਅਦ ਚੰਨੀ ਉਹਨਾਂ ਨੂੰ ਵੀ ਉਹਨਾਂ ਮੁੱਦਿਆਂ ਤੇ ਹਟਾਇਆ ਜਾਏਗਾ ਜਿਨ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ, ਜਾਂ 2 ਮਹੀਨੇ ਬਾਅਦ ਉਹ ਉਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਨਗੇ ਜਦ ਕੋਡ ਲੱਗਣ ਵਾਲਾ ਹੋਏਗਾ। ਕਿਉਂਕਿ ਭਾਵੇਂ ਉਹ ਪੀਪੀਏ ਐਗਰੀਮੈਂਟ ਹੋਏ, ਭਾਵੇਂ ਉਹ ਡਰੱਗ ਦੇ ਮੁੱਦੇ ਹੋਣ, ਭਾਵੇਂ ਉਹ ਬੇਅਦਬੀਆਂ ਦੇ ਮੁੱਦੇ ਹੋਣ, ਉਹਨਾਂ ਦੇ ਵਿੱਚ ਸਰਕਾਰ ਕਿਸੇ ਵੀ ਜਗ੍ਹਾ ਐਕਸ਼ਨ ਮੋਡ ਵਿੱਚ ਨਹੀਂ ਨਜ਼ਰ ਆ ਰਹੀ। ਔਰ ਇਹ ਉਹ ਮੁੱਦੇ ਨੇ ਕਿ ਜਦ ਇਹਦੇ ਉੱਤੇ ਕੋਈ ਵੀ ਫੈਸਲਾ ਹੋਏਗਾ ਤੇ ਉਹ ਅਦਾਲਤਾਂ ਦੇ ਵਿੱਚ ਚੈਲੰਜ ਹੋਏਗਾ, ਅਦਾਲਤਾਂ ਦੀ ਕਾਰਵਾਈ ਉਸ ਤੋਂ ਬਾਅਦ ਸ਼ੁਰੂ ਹੋਏਗੀ। ਔਰ ਇਸ ਤਰ੍ਹਾਂ ਦੇ ਮੁੱਦੇ ਤੇ ਹਮੇਸ਼ਾ ਸਰਕਾਰ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਕੋਰਟਾਂ ਦੇ ਵਿੱਚ ਹਾਰਦੀ ਹੋਈ ਨਜ਼ਰ ਆ ਰਹੀ ਹੈ। ਭਾਸਕਰ ਸਾਹਿਬ, ਲੋਕ ਤਾਂ ਕਿਤੇ ਇਹ ਵੀ ਸਵਾਲ ਉਠਾਉਂਦੇ ਤੇ ਕਿੰਤੂ ਕਰਦੇ ਆ ਕਿ ਕਿਤੇ ਮੌਜੂਦਾ ਸਰਕਾਰ ਤੇ ਇਹਦਾ ਸਾਰਾ ਢਾਂਚਾ ਇਹ ਤਾਂ ਨਹੀਂ ਸੋਚਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਥਕਾ ਦਿੱਤਾ ਜਾਵੇ, ਜਦੋਂ ਚੁੱਪ ਕਰ ਜਾਣਗੇ ਫਿਰ ਫੈਸਲੇ ਲਈਏ, ਤਾਂ ਕਿ ਇਹ ਸਾਰਾ ਕ੍ਰੈਡਿਟ ਸਿੱਧੂ ਨੂੰ ਨਾ ਮਿਲੇ, ਇਹ ਸਰਕਾਰ ਦੇ ਖਾਤੇ 'ਚ ਪਵੇ ਤੇ ਮੌਜੂਦਾ ਲੀਡਰਸ਼ਿਪ ਜਿਹੜੀ ਸੱਤਾ 'ਚ ਉਹਦੇ ਖਾਤੇ 'ਚ ਪਵੇ, ਤਾਂ ਕਿ 2022 ਦੀ ਇਲੈਕਸ਼ਨ ਸਿੱਧੂ ਦੇ ਚਿਹਰੇ ਥੱਲੇ ਨਾ ਲੜੀਏ। ਇਹ ਇਧਰਲੇ ਪਾਸਿਓਂ ਦੀ ਆਈ ਹੈ ਕਿਉਂਕਿ ਉਹ ਪੈਰਾਸ਼ੂਟਰ ਨੇ, ਉਹ ਬਾਹਰੋਂ ਆਏ ਨੇ ਔਰ ਆ ਕੇ ਸਭ ਗ੍ਰੈਬ ਕਰਨਾ ਚਾਹੁੰਦੇ, ਕੈਪਚਰ ਕਰਨਾ ਚਾਹੁੰਦੇ ਆ। ਇਹ ਇਲਜ਼ਾਮ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਵੀ ਲੱਗਦੇ ਰਹੇ। ਖੈਰ, ਇਹ ਇਲਜ਼ਾਮ 'ਚ ਸੱਚਾਈ ਵੀ ਹੋ ਸਕਦੀ ਆ, ਕਿਉਂਕਿ ਪਿਛਲੀ ਵਾਰੀ ਸੁਣਿਆ ਕੈਪਟਨ ਅਮਰਿੰਦਰ ਸਿੰਘ ਜਦੋਂ ਕੋਈ ਕੰਮ ਕਰਨ ਲੱਗਦੇ ਸੀ, ਇੱਕ ਦਿਨ ਪਹਿਲਾਂ ਸਿੱਧੂ ਦਾ ਕੋਈ ਟਵੀਟ ਜਾਂ ਬਿਆਨ ਆ ਜਾਂਦਾ ਸੀ ਤੇ ਇੰਜ ਲੱਗਦਾ ਸੀ ਵੀ ਜਿੱਦਾਂ ਸਿੱਧੂ ਦੇ ਪ੍ਰੈਸ਼ਰ 'ਚ ਹੀ ਕੈਪਟਨ ਕਰ ਰਹੇ ਆ, ਤੇ ਉਹਨਾਂ ਨੇ ਫਿਰ ਕੀਤਾ ਕਤਰਿਆ ਕੱਖ ਨਾ। ਕੀ ਕਹਿੰਦੇ ਹੋ? ਨਹੀਂ, ਇਹੀ ਕੁਝ ਚੰਨੀ ਉਹਨਾਂ ਦੇ ਨਾਲ ਵੀ ਨਜ਼ਰ ਆਉਂਦੀ ਹੈ। ਜਿਸ ਤਰੀਕੇ ਨਾਲ ਸਿੱਧੂ ਉਹਨਾਂ ਬਾਰ-ਬਾਰ ਚਿੱਠੀ ਤੇ ਚਿੱਠੀ ਕੱਢ ਕੇ ਇੱਕ ਤਰੀਕੇ ਨਾਲ ਪ੍ਰੈਸ਼ਰ ਬਣਾ ਰਹੇ ਨੇ, ਔਰ ਉਸ ਪ੍ਰੈਸ਼ਰ ਦੇ ਹੇਠਾਂ ਉਹ ਚੰਨੀ ਉਹਨਾਂ ਕੰਮ ਕਰਦੇ ਤੇ ਨਜ਼ਰ ਨਹੀਂ ਆ ਰਹੇ, ਬਲਕਿ ਇਹ ਕਹਿੰਦੇ ਨੇ ਵੀ ਸਿੱਧੂ ਦੇ ਏਜੰਡੇ ਭਾਵੇਂ 13 ਪੁਆਇੰਟ ਹੋਏ, 14 ਪੁਆਇੰਟ ਹੋਏ, 24 ਹੋਣ ਜਾਂ 28 ਹੋਣ, ਸਾਰੇ ਪੂਰੇ ਕਰਾਂਗੇ। ਪਰ ਸਾਰੇ ਪੂਰੇ ਕਰਨ ਦੀ ਗੱਲ ਤੇ ਦੂਰ ਦੀ ਗੱਲ ਹੈਗੀ ਹੈ, ਉਹਨਾਂ ਕੰਮਾਂ ਦੇ ਉੱਤੇ ਕੋਈ ਸਰਕਾਰ ਵੀ ਕੰਮ ਕਰਦੀ ਨਜ਼ਰ ਨਹੀਂ ਆਉਂਦੀ। ਜਿੱਦਾਂ ਆਪਾਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਆਹੀ ਸੁਖਜਿੰਦਰ ਰੰਧਾਵਾ ਹੁੰਦੇ ਸੀਗੇ ਕਿ ਜੇ ਮੈਨੂੰ ਹੋਮ ਪੋਰਟਫੋਲੀਓ ਮਿਲ ਜਾਏ ਤੇ ਮੈਂ ਤੇ ਕੰਧ ਟੱਪ ਕੇ ਵੀ ਸੈਣੀ ਨੂੰ ਫੜ ਲੈਂਦਾ। ਪਰ ਉਹ ਹੁਣ ਕੰਧਾਂ ਵੀ ਉੱਥੇ ਹੈਗੀਆਂ, ਸੈਣੀ ਵੀ ਉੱਥੇ ਹੈਗੇ ਨੇ, ਔਰ ਪਰ ਕੰਧਾਂ ਟੱਪਣ ਵਾਲੇ ਅੱਜ ਤੱਕ ਗਾਇਬ ਹੀ ਨਜ਼ਰ ਆਉਂਦੇ ਨੇ। ਪਰ ਚੰਨੀ ਉਹਨਾਂ ਨੇ ਵੀ ਡਰੱਗ ਦੇ ਮੁੱਦੇ ਤੇ, ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਹਾਂ ਕਿ ਸਿਰਫ ਲਿਫਾਫੇ ਖੋਲ੍ਹਣ ਦੀ ਗੱਲ ਹੈ, ਉਹਨਾਂ ਲਿਫਾਫਿਆਂ ਨੂੰ ਖੋਲ੍ਹਣ ਤੋਂ ਕਿਸੇ ਨੇ ਨਹੀਂ ਰੋਕਿਆ। ਪਰ ਉਹ ਲਿਫਾਫੇ ਖੋਲ੍ਹਣ ਦੀ ਹਿੰਮਤ ਇਸ ਕਰਕੇ ਨਹੀਂ ਰੱਖਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਕ੍ਰੈਡਿਟ ਸਾਰਾ ਸਿੱਧੂ ਲੈ ਜਾਊਗਾ। ਜੇ ਮੈਂ ਲਿਫਾਫੇ ਖੋਲ੍ਹਤੇ, ਦੁਸ਼ਮਣੀਆਂ ਮੇਰੀ ਪੈ ਜਾਣਗੀਆਂ, ਕ੍ਰੈਡਿਟ ਸਿੱਧੂ ਲੈ ਜਾਏਗਾ ਤੇ ਮੇਰੇ ਪੱਲੇ ਕੀ ਪਊਗਾ। ਇੱਦਾਂ ਦੀ ਗੱਲਾਂ ਵੀ ਪੋਲੀਟੀਕਲ ਸਰਕਲ ਦੇ ਵਿੱਚ ਚੱਲਦੀ ਪਈਆਂ ਹੈ ਕਿ ਕਿਉਂ ਕਿਸੇ ਨਾਲ ਕੋਈ ਦੁਸ਼ਮਣੀ ਲਏ, ਉਹ ਵੀ ਲਾਸਟ ਵਿੱਚ 2 ਮਹੀਨੇ ਵਿੱਚ। ਕਿਉਂਕਿ ਜੇ ਕਿਤੇ ਕਿਸੇ ਚੀਜ਼ ਦਾ ਕ੍ਰੈਡਿਟ ਸਿੱਧੂ ਨੂੰ ਮਿਲਦਾ ਹੈ ਤੇ ਫਿਰ 2022 ਦੇ ਵਿੱਚ ਸਿੱਧੂ ਅਗਰ ਬਤੌਰ ਮੁੱਖ ਮੰਤਰੀ ਪ੍ਰੋਜੈਕਟ ਕੀਤੇ ਜਾਂਦੇ ਤੇ ਉਹਨਾਂ ਨੂੰ ਸਾਰਾ ਦਾ ਸਾਰਾ ਕ੍ਰੈਡਿਟ ਨਾਲ ਦੇ ਨਾਲ ਲੈ ਕੇ ਜਾਣਾ ਪਏਗਾ। ਨਾਕਾਮੀਆਂ ਜਾਂ ਚੰਨੀ ਉਹਨਾਂ ਦੇ ਖਾਤੇ 'ਚ ਆਉਣਗੀਆਂ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ 'ਚ ਜਾ ਚੁੱਕੀਆਂ ਨੇ। ਔਰ ਜਦ ਚੰਨੀ ਉਹਨਾਂ ਦੇ ਬਾਰੇ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਕੱਲ੍ਹ ਦੇ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਸੀਗਾ ਤਾਂ ਉਹ ਕੀ ਕਹਿੰਦੇ ਨੇ, ਚੰਨੀ ਇਜ਼ ਅ ਗੁੱਡ ਬॉय, ਯਾਨੀ ਜਿੱਦਾਂ ਕੋਈ ਸਕੂਲ
ਮਾਸਟਰ ਨੂੰ, ਪ੍ਰਿੰਸੀਪਲ ਨੂੰ ਕਿਸੇ ਮੁੰਡੇ ਦੀ ਰਿਪੋਰਟ ਦੇ ਬਾਰੇ 'ਚ ਪੁੱਛਦੇ ਨੇ, ਤਾਂ ਉਸ ਲਹਿਜ਼ੇ ਦੇ ਵਿੱਚ ਕੈਪਟਨ ਸਾਹਿਬ ਨੇ ਜਵਾਬ ਦਿੱਤਾ ਕਿ ਚੰਨੀ ਦਾ ਗੁੱਡ ਬॉय, ਲੇਕਿਨ ਗੁੱਡ ਬॉय ਤੇ ਹੈਗਾ, ਪਰ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਫਿਰਦਾ ਪਿਆ ਹੈ, ਉਹ ਉਸ ਤਰੀਕੇ ਨਾਲ ਮੁੱਖ ਮੰਤਰੀ ਦਾ ਕਾਰਿਆਕਾਲ ਜਾਂ ਮੁੱਖ ਮੰਤਰੀ ਦਾ ਕੰਮ ਨਹੀਂ ਹੁੰਦਾ ਕਿ ਪਿੰਡਾਂ ਦੇ ਵਿੱਚ ਫਿਰ ਕੇ ਕੰਮ ਕਰੋ। ਇਹ ਕੈਪਟਨ ਸਾਹਿਬ ਨੇ ਕਿਹਾ, ਬਿਲਕੁਲ ਕੈਪਟਨ ਸਾਹਿਬ ਨੇ ਕਿਹਾ, ਔਰ ਵਾਕਈ ਇਹ ਗੱਲ ਠੀਕ ਵੀ ਹੈ। ਦੇਖੋ, ਮੁੱਖ ਮੰਤਰੀ ਦਾ ਇੱਕ ਔਰਾ ਹੁੰਦਾ, ਔਰ ਕੈਪਟਨ ਸਾਹਿਬ ਉਸ ਔਰੇ ਦੇ ਨਾਲ ਹੀ 9.5 ਸਾਲ ਬਿਤਾ ਗਏ। ਆਹੀ ਜਿਹੜੇ ਮੰਤਰੀ ਸੀਗੇ, ਤੁਹਾਨੂੰ ਯਾਦ ਹੋਏਗਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ, ਉਹ ਕੈਪਟਨ ਸਾਹਿਬ ਨਾਲ ਮਿਲਣ ਦੀ ਰਾਹ ਲੱਭ ਰਹੇ ਸੀਗੇ ਕਿ ਬਟਾਲੇ ਦੇ ਮੁੱਦੇ ਤੇ ਆਪਾਂ ਕੋਈ ਗੱਲ ਕਰ ਸਕੀਏ। ਚਲੋ, ਨਿਜ਼ਾਮ ਚੇਂਜ ਹੋ ਗਿਆ, ਅੱਜ ਉਹੀ ਮੰਤਰੀ, ਉਹੀ ਵੱਡੇ ਜਿਹੜੇ, ਕਿਸੇ ਨੂੰ ਆਪਾਂ ਮਾਝੇ ਦਾ ਜਰਨੈਲ ਕਹਿੰਦੇ ਆ, ਕਿਸੇ ਨੂੰ ਦੁਆਬੇ ਦਾ ਬਾਦਸ਼ਾਹ ਕਹਿੰਦੇ ਆ, ਪਰ ਉਹ ਸਾਰੇ ਦੇ ਸਾਰੇ ਬੌਨੇ ਜੇ ਨਜ਼ਰ ਆਉਂਦੇ ਨੇ ਕਿ ਕੁਰਸੀ ਦੇ ਵਿੱਚ ਇੰਨੀ ਕੁ ਤਾਕਤ ਹੈਗੀ ਹੈ। ਔਰ ਉਸ ਕੁਰਸੀ ਦੇ ਉੱਤੇ ਜਦ ਕੈਪਟਨ ਅਮਰਿੰਦਰ ਸਿੰਘ ਬਹਿੰਦੇ ਹੁੰਦੇ ਸੀਗੇ ਤੇ ਉਹਨਾਂ ਦੇ ਨਾਲ ਇੱਕ ਔਰਾ ਚੱਲਦਾ ਹੁੰਦਾ ਸੀਗਾ। ਜਿੱਦਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਕੈਪਟਨ ਸਾਹਿਬ ਜਦ ਸਵੇਰੇ 6ਵਾਂ ਫਾਰਮ ਦੇ ਵਿੱਚ ਆਪਣੇ ਜਿਹੜੇ ਦਫ਼ਤਰ ਜਿਹਾ ਜਾਂ ਡਰਾਇੰਗ ਰੂਮ ਜਿਹਾ ਉੱਥੇ ਆਉਂਦੇ ਸੀਗੇ, ਤੇ ਪਹਿਲਾ ਸਵਾਲ ਉਹਨਾਂ ਦਾ ਸੀ, ਹਾਊ ਇਜ਼ ਮਾਈ ਸਟੇਟ। ਔਰ ਜਿੰਨੇ ਵੀ ਹੈ ਜਿਹੜੇ ਕੋਟਰੀ ਹੈਗੀ ਹੈ, ਉਹ ਕਹਿੰਦੇ ਸੀ ਵੈਰੀ ਫਾਈਨ, ਕਹਿੰਦੇ ਗੁੱਡ, ਬਸ ਉਹ ਅੱਗੇ ਤੁਰ ਜਾਂਦੇ ਸੀਗੇ। ਯਾਨੀ ਜਿੱਦਾਂ ਕੋਈ ਮਹਾਰਾਜਾ ਆਪਣੇ ਕਮਰੇ ਤੋਂ ਨਿਕਲ ਕੇ ਇਹ ਗੱਲ ਪੁੱਛਦਾ ਨਾ ਕਿ ਮੇਰੀ ਪ੍ਰਜਾ ਕਿੱਦਾਂ ਹੈ, ਉਹ ਕਹਿੰਦੇ ਬਿਲਕੁਲ ਠੀਕ ਹੈ, ਚਲੋ ਫਿਰ ਅੱਗੇ। ਬਸ ਇਹਦੇ ਨਾਲ ਹੀ 4.5 ਸਾਲ ਨਿਕਲ ਗਏ। ਪ੍ਰਜਾ ਉਸ ਡਰਾਇੰਗ ਰੂਮ ਦੇ ਵਿੱਚ, ਉਸ ਕਿਚਨ ਕੈਬਨਿਟ ਦੇ ਵਿੱਚ ਬੜੀ ਖੁਸ਼ ਜੀ ਨਜ਼ਰ ਆਉਂਦੀ ਸੀ। ਜਿੱਦਾਂ ਰਾਕੇਸ਼ ਸ਼ਰਮਾ ਨੂੰ ਇੰਦਰਾ ਗਾਂਧੀ ਨੇ ਪੁੱਛਿਆ ਸੀਗਾ ਜਦ ਉਹ ਸਪੇਸ ਤੇ ਗਏ ਸੀਗੇ, ਵਹਾਂ ਸੇ ਹਿੰਦੁਸਤਾਨ ਕੈਸਾ ਲੱਗਦਾ ਹੈ, ਉਹਨੇ ਕਿਹਾ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਔਰ ਉਹੀ ਗੱਲਾਂ ਕੈਪਟਨ ਅਮਰਿੰਦਰ ਸਿੰਘ, ਹਾਊ ਇਜ਼ ਮਾਈ ਸਟੇਟ ਇਜ਼ ਫਾਈਨ, ਬਸ ਸਾਰੀ ਗੱਲਾਂ ਖਤਮ। ਪਰ ਚੰਨੀ ਉਹਨਾਂ ਦੇ ਨਾਲ ਇਹ ਗੱਲ ਨਹੀਂ ਹੈਗੀ। ਚੰਨੀ ਉਹਨਾਂ ਨਜ਼ਰ ਜ਼ਰੂਰ ਆਉਂਦੇ ਨੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ, ਪਰ ਜਿਹੜਾ ਕੰਡਿਆਂ ਦਾ ਤਾਜ, ਸਿੱਧੂ ਦੀ ਥ੍ਰੈਟ, 2022 ਦੇ ਵਿੱਚ ਉਹ ਸੀਐਮ ਪ੍ਰੋਜੈਕਟ ਹੋਣਗੇ ਜਾਂ ਨਹੀਂ ਹੋਣਗੇ, ਇਹ 2-3 ਮਹੀਨੇ ਦਾ ਹੀ ਟੈਂਪਰੇਰੀ ਡਿਊਟੀ ਹੈਗੀ ਹੈ। ਇਹ ਸਾਰੀ ਗੱਲਾਂ ਚੰਨੀ ਉਹਨਾਂ ਨੂੰ ਸੋਚਣੀ ਪੈਂਦੀ ਹੈ। ਔਰ ਕਈ ਵਾਰ ਉਹ ਝੱਲਾ ਕੇ ਇਹ ਗੱਲ ਕਹਿ ਵੀ ਦਿੰਦੇ ਨੇ ਕਿ ਵੀ ਜੇ ਸਿੱਧੂ ਸਾਹਿਬ ਆਪ ਬਣ ਜਾਣ ਮੁੱਖ ਮੰਤਰੀ 2 ਮਹੀਨੇ ਦੇ ਵਿੱਚ ਉਹ ਸਾਰੇ ਕੰਮ ਕਰ ਲੈਣ, ਮੇਰੇ ਤੋਂ ਤੇ ਨਹੀਂ ਹੁੰਦਾ। ਇਹ ਗੱਲ ਉਹ ਕਹਿੰਦੇ ਤੇ ਨਹੀਂ, ਪਰ ਇਹ ਗੱਲ ਜਿਸ ਤਰੀਕੇ ਨਾਲ ਜਿਸ ਤਰਫ ਜਾਰੀ ਹੁੰਦੀ ਹੈ, ਉਹਦਾ ਮਤਲਬ ਇਹੀ ਹੁੰਦਾ ਹੈ ਕਿ ਵੀ 2 ਮਹੀਨੇ ਦੇ ਵਿੱਚ ਆ ਸਾਰੇ ਕੰਮ ਨਹੀਂ ਹੁੰਦੇ। ਪਰ ਚਲੋ, ਸਰਕਾਰ ਹੁਣ ਚੱਲਣੀ ਹੈ, 2 ਮਹੀਨੇ ਬਾਅਦ ਨਵੀਂ ਪਾਰਟੀਆਂ ਬਣਨਗੀਆਂ, ਨਵੇਂ ਸਮੀਕਰਨ ਬਣਨਗੇ। ਕੈਪਟਨ ਅਮਰਿੰਦਰ ਸਿੰਘ ਵੀ ਪੂਰੀ ਕਮਰ ਕੱਸ ਕੇ ਆਪਣੀ ਨਵੀਂ ਪਾਰਟੀ ਦੀ ਤਿਆਰੀਆਂ ਕਰ ਰਹੇ ਨੇ। ਔਰ ਉਹ ਪਾਰਟੀ ਕੀ ਰੰਗ ਤੇ ਰੂਪ ਲੈਂਦੀ ਹੈ, ਕਿੱਦਾਂ ਕਿਸਾਨੀ ਸੰਘਰਸ਼ ਦਾ ਸੋਲੂਸ਼ਨ ਹੁੰਦਾ, ਕਿੱਦਾਂ ਉਹਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੰਨ੍ਹਿਆ ਜਾਂਦਾ ਹੈ। ਲੋਕ ਉਸ ਸਿਹਰੇ ਨੂੰ ਉਠਾ ਕੇ ਦੇਖਦੇ ਨੇ ਕਿ ਉਸ ਤੋਂ ਜੱਫੀਆਂ ਪਾਉਂਦੇ ਨੇ, ਭੰਗੜੇ ਪਾਉਂਦੇ ਨੇ। ਇਹ ਵੀ ਅੱਗੇ ਆਉਣ ਵਾਲੇ ਟਾਈਮ ਵਿੱਚ ਦੇਖਣ ਨੂੰ ਮਿਲੇਗਾ ਕਿ ਕਿਸ ਰੁੱਖ ਬੈਠਦਾ ਹੈ ਇਹ ਰਾਜਨੀਤੀ ਦਾ ਊਂਟ। ਕੈਪਟਨ ਸਾਹਿਬ ਫਿਲਹਾਲ ਜਿਸ ਤਰ੍ਹਾਂ ਦੀ ਸਥਿਤੀ 'ਚ ਨੇ, ਉਹ ਪੰਜਾਬੀਆਂ ਦੀ ਮਾਨਸਿਕਤਾ ਦੇ ਵਿੱਚ ਸਾਬਤ ਕਦਮੀ ਹੈ ਨਹੀਂ, ਇਹ ਮੰਨਣਾ ਪਊ। ਇਸ ਵੇਲੇ ਜੋ ਸਥਿਤੀ ਬਣੀ ਹੋਈ ਹੈ ਸਟੇਟ ਦੇ ਲੋਕਾਂ ਦੀ, ਉਹ ਕੈਪਟਨ ਅਮਰਿੰਦਰ ਸਿੰਘ ਉਹਦੇ 'ਚ ਨਾਇਕ ਤਾਂ ਬਿਲਕੁਲ ਹੀ ਨਹੀਂ। ਹੁਣ ਉਹ ਖਲਨਾਇਕ ਕਿਸ ਪੱਧਰ ਤੇ ਨੇ, ਇਹਦਾ ਵੀ ਪਤਾ ਨਹੀਂ। ਸਵਾਲ ਸਭ ਤੋਂ ਵੱਡਾ ਇਹ ਹੈ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਨੂੰ ਨਿਖਾਰ ਕੇ ਨਹੀਂ ਵੇਖ ਰਹੇ। ਜੇਕਰ ਨਾਕਾਮੀਆਂ ਨੇ ਤਾਂ ਨਾ ਉਹਨਾਂ ਨੇ ਅਜੇ ਤੱਕ ਕੋਈ ਆਪਣਾ ਸਪਸ਼ਟੀਕਰਨ ਦਿੱਤਾ। ਉਹਨਾਂ ਤੇ ਜਿੰਨੇ ਦੋਸ਼ ਲੱਗੇ ਆ, ਜੇ ਇੱਕ ਤਰ੍ਹਾਂ ਨਾਲ ਸਾਰੀ ਦੀ ਸਾਰੀ ਜਿਹੜੀ ਕਾਂਗਰਸ ਦੀ ਅਸਫਲਤਾ ਉਹਨਾਂ ਦੇ ਸਿਰ ਮੜੀ ਗਈ ਹੈ, ਇਹਦੇ ਉੱਤੇ ਉਹਨਾਂ ਨੇ ਅਜੇ ਕੋਈ ਸਫਾਈ ਨਹੀਂ ਦਿੱਤੀ। ਉਹ ਮੇਰੇ ਨਾਲ ਜ਼ਿਆਦਤੀ ਹੋਈ ਹੈ ਜਾਂ ਮੇਰੀ ਬੇਇੱਜ਼ਤੀ ਹੋਈ ਆ, ਮੈਨੂੰ ਜਲੀਲ ਕੀਤਾ ਗਿਆ, ਇਹ ਸ਼ਬਦ ਜਿਹੜੇ ਆ ਇਹ ਹੁਣ ਬੇਮਾਨੇ ਆ। ਸਵਾਲ ਤਾਂ ਇਹ ਆ ਕਿ ਤੁਹਾਡੇ ਤੇ ਸਿੱਧਾ ਇਲਜ਼ਾਮ ਸੀ ਕਿ ਤੁਹਾਨੂੰ ਅਸਫਲ ਕਰਾਰ ਦੇ ਕੇ ਗੱਦੀਓਂ ਲਾਂਭੇ ਕਰਤਾ ਗਿਆ ਉਹ ਮੁੱਖ ਮੰਤਰੀ ਜਿਹਦੇ MLA ਉਹਦੇ ਵਿੱਚੋਂ ਵਿਸ਼ਵਾਸ ਖੋ ਚੁੱਕੇ ਸੀ। ਹੁਣ ਇਹਨੂੰ ਅਜੇ ਤੱਕ ਤੁਸੀਂ ਜਸਟੀਫਾਈ ਕਰਨਾ ਹੈ ਕਿ ਕਿਹੜੀਆਂ ਤਾਕਤਾਂ ਜਿਹੜੀਆਂ ਤੁਹਾਨੂੰ ਕੰਮ ਕਰਨ ਤੋਂ ਰੋਕਦੀਆਂ ਸੀ, ਜਾਂ ਜਿਹੜੇ ਦੋਸ਼ ਤੁਹਾਡੇ ਤੇ ਲੱਗੇ ਆ ਉਹਨਾਂ ਦੇ ਵਿੱਚ ਤੁਸੀਂ ਇਕੱਲੇ ਸੀ ਜਾਂ ਬਾਕੀ ਲੋਕ ਵੀ ਸ਼ਾਮਲ ਸੀ। ਵੱਖ-ਵੱਖ ਮੰਤਰਾਲਿਆਂ 'ਚ ਵਾਪਰਦੀਆਂ ਘਟਨਾਵਾਂ, ਉਹਦੇ ਉੱਤੇ ਵੀ ਕੈਪਟਨ ਸਾਹਿਬ ਨੇ ਅਜੇ ਇੱਕ ਮੁਕੰਮਲ ਸਫਾਈ ਦੇਣੀ ਹੈ। ਜੇਕਰ ਤੁਸੀਂ ਦੂਜੀ ਵਾਰੀ ਕੋਈ ਮੌਕਾ ਭਾਲਦੇ ਹੋ ਤੇ ਪਹਿਲੀ ਵਾਰੀ ਦੀ ਤੁਹਾਡੀ ਜਵਾਬਦੇਹੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਪਹਿਲਾਂ ਤਾਂ ਕੈਪਟਨ ਸਾਹਿਬ ਜੇਕਰ ਲੋਕਾਂ 'ਚ ਆਉਣਾ ਹੈ ਤਾਂ ਚਿਹਰਾ ਸਾਫ਼ ਕਰਕੇ ਆਓ। ਸ਼ੀਸ਼ਾ ਸਾਫ਼ ਕਰਦੇ ਰਹਿਣ ਨਾਲ ਗੱਲ ਨਹੀਂ ਬਣਨੀ ਕਿ ਪਾਰਟੀ ਮਾੜੀ ਸੀ। ਹੁਣ ਤਾਂ ਇਹ ਵੀ ਦੇਖਣਾ ਹੈ ਕਿ ਜੇ ਤੁਹਾਡੇ ਸਾਹਮਣੇ ਕੋਈ ਪ੍ਰੋਪਰ ਨਹੀਂ ਕੰਮ ਕਰ ਸਕਿਆ ਤੇ ਉਹਨੂੰ ਵੀ ਐਕਸਪੋਜ਼ ਕਰੋ।
ਸਾਰੇ ਇਲਜ਼ਾਮ ਤੁਹਾਡੇ ਤੇ ਨੇ। ਇਹਨਾਂ ਦੇ ਵਿੱਚੋਂ ਕਿੰਨੇ ਕਿੰਨੇ ਇਲਜ਼ਾਮ ਤੁਸੀਂ ਦੂਜਿਆਂ ਦੇ ਸਿਰ ਧਰਨੇ ਆ ਤੇ ਮੜਨੇ ਆ, ਉਹ ਤੁਹਾਡੇ ਤੇ ਆ। ਅਜੇ ਤੱਕ ਤੁਸੀਂ ਪ੍ਰਵਾਨ ਚੜ੍ਹਦੇ ਨਜ਼ਰ ਨਹੀਂ ਆਉਂਦੇ। ਹਾਂ, ਕਿਸਾਨੀ ਮਾਮਲੇ ਨੂੰ ਕਿਸੇ ਬਹੁਤ ਵੱਡੇ ਪੱਧਰ ਤੇ ਹੱਲ ਕਰਵਾ ਲਓ। ਜੇਕਰ ਤੁਸੀਂ ਕਿਸਾਨੀ ਨੂੰ ਕੋਈ ਪੈਕੇਜ ਦਵਾ ਲਓ, ਕਿਸਾਨੀ ਦੇ ਸਾਰੇ ਕਰਜ਼ੇ ਮਾਫ ਹੋ ਜਾਣ, ਜਿਹੜੀ ਐਮਐਸਪੀ ਆ ਉਹਦੇ ਉੱਤੇ ਕੋਈ ਵੱਡਾ ਫੈਸਲਾ ਆ ਜੇ, ਜਾਂ ਜਿਹੜੀ ਡਿਵਰਸੀਫਿਕੇਸ਼ਨ ਫਸਲੀ ਵਿਭਿੰਨਤਾ ਹੈ ਉਹਨੂੰ ਲੈ ਕੇ ਕੋਈ ਲੱਖ ਡੇਢ 2 ਲੱਖ ਕਰੋੜ ਦਾ ਪੈਕੇਜ ਸਟੇਟ ਨੂੰ ਮਿਲ ਜੇ, ਜਿਹਦੀ ਕੋਈ ਸੰਭਾਵਨਾ ਹੋ ਨਹੀਂ ਸਕਦੀ। ਹੋ ਸਕਦਾ ਕੋਈ ਛੋਟਾ ਮੋਟਾ ਮਿਲ ਵੀ ਜਾਵੇ, ਗੱਲ ਤੁਰਦੀ ਹੋਵੇ। ਸੋ ਜਦੋਂ ਤੱਕ ਤੁਸੀਂ ਐਸਾ ਕੋਈ ਸਟੇਟ ਦੇ ਹਿੱਤ 'ਚ, ਕਿਸਾਨਾਂ ਦੇ ਹਿੱਤ 'ਚ ਵੱਡਾ ਫੈਸਲਾ ਬੀਜੇਪੀ ਤੋਂ ਨਹੀਂ ਕਰਵਾ ਲੈਂਦੇ, ਲੋਕਾਂ ਦਾ ਵਿਸ਼ਵਾਸ ਤੁਹਾਡੇ 'ਚ ਨਹੀਂ ਬਣਨਾ। ਲੇਕਿਨ ਜਿਹੜੀ ਆਖਰੀ ਗੱਲ ਤੇ ਮੈਂ ਟਿੱਪਣੀ ਤੁਹਾਡੀ ਚਾਹੂੰਗਾ, ਮਾਣਯੋਗ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਅੰਦੋਲਨ ਨੂੰ ਇੱਕ ਵਾਰੀ ਫਿਰ ਇਹ ਕਿਹਾ ਕਿ ਇਹ ਇਹਨਾਂ ਦਾ ਹੱਕ ਹੈ, ਹਕੂਕ ਹੈ, ਲੇਕਿਨ ਸੜਕਾਂ ਰੋਕਣੀਆਂ ਕਿਸੇ ਨੂੰ ਵੀ ਆਗਿਆ ਨਹੀਂ ਹੋਣੀ ਚਾਹੀਦੀ। ਇਹਦੇ ਉੱਤੇ ਟਿੱਪਣੀ ਦਿਓ ਮੈਨੂੰ, ਕਿਉਂਕਿ ਨਾਲ ਹੀ ਸਵਾਲ ਕਿਸਾਨਾਂ ਵੱਲੋਂ ਇੱਕ ਆਉਂਦਾ ਹੈ ਕਿ ਚੰਗਾ ਹੁੰਦਾ ਜੇਕਰ ਇਹ ਕਾਨੂੰਨ ਬਣਾਉਣ ਵਾਲਿਆਂ ਦੀ ਸਮਰੱਥਾ ਤੇ ਵੀ ਸਵਾਲ ਜਿਹੜਾ ਖੜਾ ਹੈ ਕਿ ਸਟੇਟ ਦਾ ਸਬਜੈਕਟ ਹੈ ਕਿ ਕੇਂਦਰ ਦਾ, ਇਹਦੇ ਤੇ ਵੀ ਫੈਸਲਾ ਆ ਜਾਂਦਾ। ਰੰਧਾਵਾ ਜੀ, ਅਗਰ ਤੁਸੀਂ ਸਿੰਘੂ ਬਾਰਡਰ ਜਾਓ ਤੇ ਉੱਥੇ ਜਾ ਕੇ ਜਿਹੜੇ ਕਿਸਾਨ ਕਲੇਮ ਕਰਦੇ ਨੇ ਕਿ ਅਸੀਂ ਰਸਤਾ ਨਹੀਂ ਰੋਕਿਆ ਹੋਇਆ ਬਲਕਿ ਦਿੱਲੀ ਪੁਲਿਸ ਨੇ ਰੋਕਿਆ ਹੋਇਆ, ਉਹ ਉੱਥੇ ਜਾ ਕੇ ਇਸ ਗੱਲ ਦਾ ਤੁਹਾਨੂੰ ਬਿਲਕੁਲ ਉੱਥੇ ਯਕੀਨ ਹੁੰਦਾ ਹੈ ਕਿ ਇਹ ਗੱਲ ਬਿਲਕੁਲ ਠੀਕ ਕਹਿੰਦੇ ਨੇ। ਕਿਉਂਕਿ ਸਿੰਘੂ ਬਾਰਡਰ ਅਗਰ ਤੁਸੀਂ ਜਾਂਦੇ ਹੋ ਦਿੱਲੀ ਵੱਲ, ਤੇ ਦਿੱਲੀ ਦੇ ਐਨ ਬਾਰਡਰ ਤੱਕ ਤੁਸੀਂ ਪਹੁੰਚ ਜਾਂਦੇ, ਕਿਉਂਕਿ ਦੋਨੋਂ ਤਰਫ ਦੀ ਸਰਵਿਸ ਲਾਈਨ ਖੁੱਲੀਆਂ ਹੋਈਆਂ। ਜਿਹੜੇ ਮੋਰਚੇ ਵੀ ਲਾਏ ਹੋਏ ਨੇ ਉਹ ਜਾਂ ਡਿਵਾਈਡਰ ਤੇ ਲਾਏ ਹੋਏ ਨੇ ਜਾਂ ਸਾਈਡ ਤੇ ਲਾਏ ਹੋਏ ਨੇ, ਟ੍ਰੈਫਿਕ ਉੱਥੇ ਚੱਲਦਾ ਹੈ। ਔਰ ਇੱਥੇ ਤੱਕ ਕਿ ਪਹਿਲੇ ਗਲੀਆਂ ਦੇ ਹੋਤੋਂ ਪਿੰਡਾਂ ਦੇ ਰਾਹੀਂ ਦਿੱਲੀ ਜਾਇਆ ਜਾ ਸਕਦਾ ਸੀਗਾ, ਉੱਥੇ ਵੀ ਖੱਡੇ ਜੇ ਸਰਕਾਰ ਨੇ, ਖਾਸ ਕਰਕੇ ਹਰਿਆਣਾ ਸਰਕਾਰ ਨੇ ਉੱਥੇ ਖੱਡੇ ਪੁੱਟੇ ਕਿ ਲੋਕਾਂ ਨੂੰ ਪਰੇਸ਼ਾਨੀ ਹੋਏ। ਔਰ ਅੱਗੇ ਜਦ ਤੁਸੀਂ ਦਿੱਲੀ ਬਾਰਡਰ ਤੱਕ ਪਹੁੰਚਦੇ ਹੋ ਤੇ ਵੱਡੇ ਵੱਡੇ ਜਿਹੜੇ ਸੀਮੈਂਟ ਦੇ ਵੱਡੇ ਵੱਡੇ ਬਲਾਕਸ ਰੱਖੇ ਹੋਏ ਨੇ, ਕੰਡੀਲੀ ਤਾਰਾਂ ਲਾਈਆਂ ਹੋਣੀ, ਤੇ ਇਹ ਸਰਕਾਰ ਨੇ ਰਸਤਾ ਰੋਕਿਆ। ਇਹ ਗੱਲ ਕਿਸਾਨ ਵੀ ਕੋਰਟ ਨੂੰ ਦੱਸਦੇ ਨੇ। ਹਾਲਾਂਕਿ ਕਿਸਾਨਾਂ ਨੂੰ ਆਪਣਾ ਵਰਸ਼ਨ ਦੇਣ ਵਾਸਤੇ ਹੁਣ ਸੁਪਰੀਮ ਕੋਰਟ ਨੇ ਟਾਈਮ ਦਿੱਤਾ ਹੈ ਕਿ ਤੁਸੀਂ ਵੀ 8 ਦਸੰਬਰ ਸ਼ਾਇਦ ਡੇਟ ਹੈਗੀ ਹੈ ਕਿ ਤਦ ਤੱਕ ਇਹ ਦੱਸੋ ਕਿ ਵੀ ਤੁਹਾਡਾ ਇਸ ਮੁੱਦੇ ਤੇ ਕੀ ਹੱਕ ਹੈ ਜਾਂ ਕੀ ਉਹ ਤੁਹਾਡਾ ਬਿਆਨ ਹੈ। ਹੁਣ ਬਿਲਕੁਲ ਠੀਕ ਕਹਿੰਦੇ ਨੇ ਸੁਪਰੀਮ ਕੋਰਟ ਕਿ ਤੁਸੀਂ ਅੰਦੋਲਨ ਕਰ ਸਕਦੇ ਹੋ, ਅੰਦੋਲਨ ਤੁਹਾਡਾ ਹੱਕ ਹੈਗਾ, ਪਰ ਕਿਸੇ ਦੇ ਰਸਤੇ ਨਹੀਂ ਰੋਕ ਸਕਦੇ। ਜਦ ਕਿਸਾਨ ਹੈ ਕਹਿੰਦੇ ਬਸ ਅਸੀਂ ਤੇ ਰਸਤੇ ਰੋਕੇ ਨਹੀਂ। ਔਰ ਇੱਥੇ ਤੱਕ ਅੱਜ ਤੇ ਕੁਝ ਕਿਸਾਨ ਯੂਨੀਅਨ ਨੇ ਇਹ ਵੀ ਗੱਲ ਕੀਤੀ ਹੈ ਕਿ ਜੇ ਤੁਸੀਂ ਤੇ ਅਸੀਂ ਰਾਮਲੀਲਾ ਜਾਣਾ ਚਾਹੁੰਦੇ, ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਸੀਗੇ ਜਦ 26 ਨਵੰਬਰ ਨੂੰ ਅਸੀਂ ਪੰਜਾਬ ਤੋਂ ਹਰਿਆਣੇ ਤੋਂ ਤੁਰੇ ਸੀਗੇ, ਪਰ ਤੁਸੀਂ ਜਾਣਬੁੱਝ ਕੇ ਸਾਨੂੰ ਦਿੱਲੀ ਦੇ ਬਾਰਡਰਾਂ ਤੇ ਰੋਕਿਆ ਔਰ ਸਾਨੂੰ ਅੱਗੇ ਨਹੀਂ ਜਾਣ ਦਿੱਤਾ। ਅੱਜ ਤੱਕ ਅਸੀਂ ਉੱਥੇ ਹੀ ਬੈਠੇ ਹੋਏ ਹਾਂ, ਤਕਰੀਬਨ ਸਾਲ ਹੋਣ ਵਾਲਾ ਹੈ ਇਸ ਗੱਲ ਨੂੰ। ਤੇ ਅੱਜ ਵੀ ਉਹ ਡਿਮਾਂਡ ਕਰਦੇ ਨੇ ਕਿ ਵੀ ਸਾਨੂੰ ਰਾਮਲੀਲਾ ਮੈਦਾਨ ਜਾਣ ਦਿਓ, ਅਸੀਂ ਉੱਥੇ ਜਾ ਕੇ ਆਰਾਮ ਨਾਲ ਆਪਣਾ ਪ੍ਰੋਟੈਸਟ ਕਰਨਗੇ। ਇਸ ਮੁੱਦੇ ਤੇ ਵੀ ਸ਼ਾਇਦ ਸੁਪਰੀਮ ਕੋਰਟ ਕੋਈ ਆਪਣੀ ਟਿੱਪਣੀ ਆਉਣ ਵਾਲੇ ਟਾਈਮ ਵਿੱਚ ਦੇ। ਪਰ ਇਹ ਮੁੱਦਾ ਜਿਸ ਤਰੀਕੇ ਨਾਲ ਭਖਿਆ ਹੋਇਆ ਹੈ ਔਰ ਜਿਸ ਤਰੀਕੇ ਨਾਲ ਬਾਰਡਰ ਖਾਲੀ ਕਰਾਏ ਜਾਣ ਦੀ ਗੱਲਾਂ ਚੱਲ ਰਹੀ ਹੈ, ਜਿਸ ਤਰੀਕੇ ਨਾਲ ਨਿਹੰਗਾਂ ਦਾ ਮੁੱਦਾ ਔਰ ਉਸ ਤਰੀਕੇ ਉੱਥੇ ਜਿਹੜਾ ਕਤਲ ਹੁੰਦਾ ਹੈ, ਉਹ ਕਤਲ ਦੇ ਉੱਤੇ ਰਾਜਨੀਤਿਕ ਪਰਦੇਫਾਸ਼ ਹੋ ਰਹੇ ਨੇ, ਇਹ ਸਾਰੀ ਗੱਲਾਂ ਕਿਸੇ ਨਾ ਕਿਸੇ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਨਵੀਂ ਪਾਰਟੀ ਨੂੰ ਡਿਲੇ ਜ਼ਰੂਰ ਕਰ ਸਕਦੀ ਹੈ। ਪਰ ਇਹਨਾਂ ਮੁੱਦਿਆਂ ਦੇ ਨਾਲ ਬੀਜੇਪੀ ਚਾਹੁੰਦੀ ਤੇ ਹੈ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਕਿਸੇ ਤਰੀਕੇ ਨਾਲ ਇਹਨੂੰ ਠੰਡਾ ਪਾਇਆ ਜਾਏ। ਪਰ ਜਦ ਵੀ ਉਹ ਕੋਈ ਐਫਰਟ ਕਰਦੀ ਹੈ ਆਪਣੇ ਜਾਲ ਵਿੱਚ ਖੁਦ ਹੀ ਫਸ ਜਾਂਦੀ ਹੈ। ਔਰ ਅੱਜ ਵੀ ਇਹ ਗੱਲ ਬੜੀ ਪੁਰਜੋਰ ਤਰੀਕੇ ਨਾਲ ਹਰ ਇੱਕ ਸਰਕਲ ਦੇ ਵਿੱਚ ਚੱਲ ਰਹੀ ਹੈ ਕਿ ਜੋ ਕੁਝ ਉੱਥੇ ਸਿੰਘੂ ਬਾਰਡਰ ਦੇ ਵਿੱਚ ਹੋਇਆ ਉਹ ਇੱਕ ਸਾਜ਼ਿਸ਼ ਸੀਗੀ, ਕੌਨਸਪੀਰੇਸੀ ਸੀਗੀ। ਜਿਸ ਤਰੀਕੇ ਨਾਲ ਲਖਬੀਰ ਸਿੰਘ ਦਾ ਕਤਲ ਹੁੰਦਾ ਹੈ ਔਰ ਅਮਨ ਸਿੰਘ ਉਹਨਾਂ ਦਾ ਬੀਜੇਪੀ ਦੇ ਯੂਨੀਅਨ ਮਿਨਿਸਟਰ ਦੇ ਨਾਲ ਮਿਲਣਾ, ਲੰਚ ਕਰਨਾ, ਪਿੰਕੀ ਗੁਰਮੀਤ ਪਿੰਕੀ ਦਾ ਉਸ ਫੋਟੋ ਫਰੇਮ ਦੇ ਵਿੱਚ ਆਉਣਾ, ਇਹ ਸਾਰੀ ਦੀ ਸਾਰੀ ਕੋਈ ਕੌਨਸਪੀਰੇਸੀ ਹੋ ਸਕਦੀ ਹੈ। ਉਹਦੇ ਵਾਸਤੇ ਪੰਜਾਬ ਸਰਕਾਰ ਨੇ ਵੀ ਇੱਕ ਸਿੱਟ ਬਣਾਤੀ ਹੈ ਜੀ, ਕੇਂਦਰ ਸਰਕਾਰ ਵੀ ਆਪਣੇ ਬਲਬੂਤੇ ਤੇ ਆਪਣੇ ਲੈਵਲ ਤੇ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਪਰ ਇਹਨਾਂ ਸਿੱਟਾਂ ਦਾ ਕੋਈ ਸਿੱਟਾ ਨਿਕਲਦਾ ਕਿ ਨਹੀਂ ਨਿਕਲਦਾ, ਇਹ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਠੀਕ ਹੈ ਭਾਸਕਰ ਸਾਹਿਬ, ਇਹ ਪੰਜਾਬ ਗਵਰਨਮੈਂਟ ਨੇ ਜਿਹੜੀ ਸਿੱਟ ਬਣਾਈ ਆ, ਸ਼ਾਇਦ ਇਹ ਕੋਈ ਬਿਹਤਰ ਕੰਮ ਕਰਕੇ ਨਤੀਜੇ ਦੇਵੇ, ਕਿਉਂਕਿ ਅਸੀਂ ਰਿਪੀਟ ਗੱਲ ਕਰਦੇ ਹੁੰਦੇ ਆ ਕਿ ਜਿਹੜੇ ਦੋਵੇਂ ਵਿਅਕਤੀ ਨੇ ਉਹਨਾਂ ਦੋਨਾਂ ਦਾ ਪਿਛੋਕੜ ਇੱਥੋਂ ਨਾਲ ਜੁੜਦਾ ਔਰ ਦੋਨੇ ਵਿਅਕਤੀ ਸਧਾਰਨਤਾ ਤੋਂ ਇਸ ਜਗ੍ਹਾ ਤੱਕ ਪਹੁੰਚਦੇ ਆ ਤੇ ਅੱਜ ਇੱਕ ਦਾ ਕਤਲ ਹੋ ਜਾਂਦਾ, ਦੂਜਾ ਸ਼ੱਕ ਦੇ ਦਾਇਰੇ 'ਚ ਹੈ। ਇਹ ਵੇਖਣਾ ਹੈ ਕਿ ਕਦੋਂ ਤੱਕ ਹਰ ਚੀਜ਼ ਸਾਫ਼ ਹੁੰਦੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।